ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ, ਉਹਨਾਂ ਦੇ ਪਾਵਨ ਜੀਵਨ ਦੀ ਵਿਚਾਰ ਜਿਹੜੀ ਆ ਆਪਾਂ ਕਰਦੇ ਹਾਂ ਹਰ ਰੋਜ਼। ਜਗਤ ਜਲੰਦੇ ਨੂੰ ਤਾਰਦੇ ਤਾਰਦੇ ਧੰਨ ਗੁਰੂ ਨਾਨਕ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਤਸ਼ਾਹ ਜੀ ਅੱਗੇ ਨੂੰ ਵੱਧਦੇ ਜਾਂਦੇ ਆ। ਮਹਾਰਾਜ ਜੀ ਪਾਤਸ਼ਾਹ ਜੀ ਨੇ ਕੱਲ ਜੋ ਵਿਚਾਰਿਆ ਸੀ ਆਪਾਂ, ਬੈਰਾੜ ਜੱਟਾਂ ਨੂੰ ਜੋ ਗਊਆਂ ਚਰਾ ਕੇ ਲਿਆਉਂਦੇ ਸਨ, ਉਹਨਾਂ ਦੇ ਬਛੇਰੇ ਜਿਹੜੇ ਬੱਚੇ ਜਿਹੜੇ ਹੁੰਦੇ ਪਿੱਛੇ, ਉਹ ਵਿਚਾਰੇ ਬਿਲਕ ਬਿਲਕ ਮਰ ਜਾਂਦੇ। ਉਹਨਾਂ ਨੂੰ ਐਸੇ ਧਾੜ ਵੀ ਜੋ ਬਣੇ ਹੋਏ ਸੀ ਹਟਾਇਆ ਉਹਨਾਂ ਵੱਲੋਂ। ਫਿਰ ਮਹਾਰਾਜ ਜੀ ਪਾਤਸ਼ਾਹ ਜੀ ਨੇ ਉੱਥੋਂ ਚਾਲੇ ਪਾਏ। ਤਦੋਂ ਨੂੰ ਦੀਵਾਨੇ ਸਾਧਾਂ ਦੇ ਮਹੰਤ ਸੁੱਖੂ ਬੁੱਧੂ ਘੁੱਦੇ ਪਿੰਡ 'ਚ 50 ਕੁ ਦੀਵਾਨੇ ਸਾਧਾਂ ਨਾਲ ਰਲ ਕੇ ਮਹਾਰਾਜ ਦੇ ਬਲ ਨੂੰ ਵੱਧਦੇ ਆਉਂਦੇ ਨੇ। ਦੀਵਾਨੇ ਸਾਧ, ਉਸ ਦੀਵਾਨੇ ਸਾਧ ਦਾ ਜੋ ਮਲੂਕੇ ਦੇ ਕੋਠੇ ਪਿੰਡ ਕੋਟ ਕਪੂਰੇ ਨੂੰ ਜਾਂਦੇ ਹੋਇਆ ਇੱਕ ਸਿੱਖ ਤੋਂ ਸੱਟ ਲੱਗ ਕੇ ਮਰ ਗਿਆ ਸੀ ਨਾ, ਉਹਨਾਂ ਦਾ ਇੱਕ ਸਾਧ ਮਲੂਕੇ ਪਿੰਡ ਤੋਂ ਸਿੱਖ ਜਾ ਰਹੇ ਸਨ, ਸੱਟ ਲੱਗ ਕੇ ਮਰ ਗਿਆ ਸੀ। ਪਿੱਛੇ ਆਪਾਂ ਵਿਚਾਰਿਆ ਸੀ ਨਾ, ਇੱਕ ਦੀਵਾਨਾ ਸੀ ਜਿਹੜਾ ਉਹ ਕਹਿੰਦਾ ਮੈਂ ਮਹਾਰਾਜ ਨੂੰ ਮਿਲਣਾ, ਜਾ ਕੇ ਸਿੱਖ ਨੇ ਝਟਕਾ ਦਿੱਤਾ ਸੀ, ਉਹ ਮਰ ਗਿਆ ਸੀ। ਫਿਰ ਉਹਦਾ ਬੈਰ ਲੈਣ ਦੇ ਲਈ ਨਾ ਉਹ ਸਾਧ ਜਿਹੜੇ ਸੀ ਉਹਨਾਂ ਨੇ ਸ਼ਸਤਰ ਫੜੇ ਕਿ ਸਾਡਾ ਸਾਧ, ਸਾਡਾ ਬੰਦਾ ਮਾਰਿਆ ਇਹਨਾਂ ਨੇ। ਮਹਾਰਾਜ ਤੋਂ ਬੈਰ ਲੈਣ ਨੂੰ ਤੁਰ ਪਏ। ਅੱਧੇ ਤੱਕ ਘੁੱਦੇ ਦੀ ਭਾਵ ਘੁੱਦੇ ਪਿੰਡ ਦਾ ਜਿਹੜਾ ਜੂਹ ਸੀਗਾ, ਉਹ ਤੋਂ ਟੱਪਣ ਤੋਂ ਪਹਿਲਾਂ ਹੀ ਆਖਣ ਲੱਗੇ ਕਿ ਅਸੀਂ ਨਹੀਂ ਉਹਦੇ ਨਾਲ ਪੰਗਾ ਲੈਂਦੇ, ਅਸੀਂ ਨਹੀਂ ਲੜ ਸਕਦੇ ਬਾਜਾਂ ਵਾਲੇ ਨਾਲ। ਮੁੜ ਗਏ ਜੀ, ਉੱਥੋਂ ਵਾਪਸ ਹੋ ਗਏ। ਬਾਕੀ ਦੇ ਵੀ ਜਿਹੜੇ ਸੀ ਉਹ ਵੀ ਆਖਣ ਲੱਗੇ ਕਿ ਜਿਸ ਗੁਰੂ ਨੇ ਬਾਦਸ਼ਾਹੀ ਸੈਨਾ ਦੇ ਦੰਦ ਖੱਟੇ ਕਰ ਦਿੱਤੇ, ਉਸ ਅਤਰਥੀ ਦੇ ਸਾਹਮਣੇ ਅਸੀਂ ਕੀ ਚੀਜ਼ ਆ। ਇਤਨੀ ਕਹਿ ਕੇ ਉਹ ਵੀ ਖਿਸਕ ਗਏ। ਕੇਵਲ ਸੁੱਖੂ ਤੇ ਬੁੱਧੂ ਦੋਵੇਂ ਰਹਿ ਗਏ ਤੇ ਸ਼ਰਮਿੰਦੇ ਹੋ ਕਰਕੇ ਢੱਡ ਸਾਰੰਗ ਜਿਹੜਾ ਉਹਨਾਂ ਨੇ ਚੱਕਿਆ ਹੋਇਆ ਸੀ ਨਾ, ਢੱਡ ਸਾਰੰਗ, ਉਹ ਲੁਕਾ ਕੇ ਨਾ ਲੁਕੋ ਦਿੱਤੇ ਉਹਨਾਂ ਨੇ ਉਹ, ਤੇ ਮਹਾਰਾਜ ਦੇ ਚਰਨੀ ਜਾ ਲੱਗੇ, ਡਿੱਗ ਗਏ। ਅੰਤਰਜਾਮੀ ਦੀਨ ਦਿਆਲ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਸ਼ਰਮਿੰਦਗੀ ਦੂਰ ਕਰਨ ਦੇ ਲਈ ਆਖਣ ਲੱਗੇ, ਭਾਈ ਸਾਜ਼ ਕਿਉਂ ਲੁਕਾ ਕੇ ਆਏ ਹੋ? ਆ ਜਿਹੜੇ ਸਾਜ਼ ਤੁਸੀਂ ਲੈ ਕੇ ਆਏ ਹੋ, ਢੱਡ ਤੇ ਸਾਰੰਗ ਕਿੱਥੇ ਨੇ, ਕਿਉਂ ਲੁਕਾਏ ਨੇ? ਲੈ ਕੇ ਆਓ ਉਹਨਾਂ ਨੂੰ, ਜਾਓ ਲੈ ਕੇ ਆਓ ਤੇ ਕੋਈ ਗੀਤ ਸੁਣਾਓ ਆਪਣੇ ਦੇਸ਼ ਦਾ। ਇਹ ਹੁਕਮ ਸੁਣ ਕੇ ਉਹਨਾਂ ਨੇ, ਸੁੱਖੂ ਤੇ ਬੁੱਧੂ ਨੇ, ਸਤਿਗੁਰਾਂ ਨੂੰ ਕਰਾਮਾਤੀ ਸਮਝ ਕੇ ਬੜੇ ਖੁਸ਼ ਹੋਣਾ ਕੀਤਾ। ਸਾਜ਼ ਲਿਆ ਕੇ ਸੁਰਤਾਨ ਖੇੜ ਕਰਕੇ ਮਿਲਾ ਕਰਕੇ ਇਹ ਸ਼ਬਦ ਫਿਰ ਉਹ ਗਾਉਣ ਲੱਗੇ। ਕਹਿੰਦੇ ਆ ਜੀ, ਕੱਚਾ ਕੋਠਾ ਵਿੱਚ ਬਸਦਾ ਜਾਨੀ, ਸਦਾ ਨਾ ਮਾਪੇ ਨਿਤ ਨਾ ਜਵਾਨੀ, ਚੱਲਣਾ ਅੱਗੇ ਕਿਉਂ ਭਇਓ ਗਮਾਨੀ, ਹੁਣ ਹੋ ਸਿਆਣਾ ਨਹੀਂ ਪੁੱਗੋ ਨਿਧਾਨੀ। 3 ਵਾਰੀ ਇਹ ਸ਼ਬਦ ਉਹਨਾਂ ਨੇ ਪੜ੍ਹਨਾ ਕੀਤਾ। ਭਾਵ ਮਹਾਰਾਜ ਐਸੇ ਸਨ ਪ੍ਰੇਮੀਓ, ਜਿਹੜਾ ਵੀ ਆਇਆ ਨਾ ਕਿ ਵੈਰ ਕੱਢਣਾ ਮੈਂ ਬਦਲਾ ਲੈਣਾ, ਮਹਾਰਾਜ ਦੇ ਸ਼ਰਨ ਚ ਆਉਣ ਸਾਰ ਫਿਰ ਢਹਿ ਪਿਆ। ਘਰੋਂ ਸੋਚ ਕੇ ਕੀ ਤੁਰੇ ਤੇ ਬਣ ਕੀ ਗਿਆ। ਮਹਾਰਾਜ ਨੇ ਜਦੋਂ ਇਹ ਤੁਕਾਂ ਉਹਨਾਂ ਦੇ ਬਚਨ ਸੁਣੇ, ਆਖਿਆ ਭਾਈ ਸੁੱਖੂ ਬੁੱਧੂ ਕੁਝ ਮੰਗੋ। ਸੁੱਖੂ ਬੋਲਿਆ, ਮਹਾਰਾਜ ਜੇ ਖੁਸ਼ ਹੋਏ ਹੋ ਨਾ, ਤੁੱਠੇ ਹੋ, ਜਿਹੜਾ ਸਾਰਾ ਸਾਂਗ ਜਿਹੜਾ ਕਹਿੰਦੇ ਤੁਸੀਂ ਨੇ ਸਵਾਂਗ ਰਚਾਇਆ ਸੀ ਨਾ ਮਾਸੀਵਾੜੇ ਦੇ ਜੰਗਲ 'ਚ, ਉੱਚ ਦੇ ਪੀਰ ਵਾਲਾ, ਉਹ ਇਸ ਕਰਕੇ ਭਾਵ ਅਸੀਂ ਉਹ ਤੁਹਾਡਾ ਸਵਾਂਗ ਜਿਹੜਾ ਹੈ, ਉਹ ਪਹਿਰਾਵਾ ਜਿਹੜਾ ਦੇਖਣਾ ਚਾਹੁੰਦੇ ਆ। ਅਸੀਂ ਚਾਹੁੰਦੇ ਆ ਵੀ ਤੁਸੀਂ ਉਹੀ ਆਪਣਾ ਪਹਿਰਾਵਾ ਪਹਿਨੋ ਤੇ ਸਾਡੇ ਉੱਤੇ ਸਵਾਰੀ ਕਰੋ।
ਸਾਹਿਬਾਂ ਨੇ ਉਹਨਾਂ ਦੀ ਮਨੋਕਾਮਨਾ ਪੂਰੀ ਕਰਨ ਵਾਸਤੇ ਨੀਲੇ ਵਸਤਰ ਪਹਿਨ ਕੇ ਪਲੰਘ ਉੱਤੇ ਬੈਠਣਾ ਕੀਤਾ। ਸੁੱਖੂ ਬੁੱਧੂ ਦੋ ਸਿੱਖ ਹੋਰ ਲਾ ਕਰਕੇ, ਸੁੱਖੂ ਬੁੱਧੂ ਹੈ ਸਨ, ਦੋ ਸਿੱਖਾਂ ਨੂੰ ਹੋਰ ਉਹਨਾਂ ਨੇ ਬੇਨਤੀ ਕੀਤੀ। ਗੁਰੂ ਸਾਹਿਬ ਜੀ ਨੂੰ ਆਪਣੇ ਪਲੰਘੇ ਤੇ ਚੁੱਕਣਾ ਕੀਤਾ, ਤੁਰ ਪਏ। ਸੁੱਖੂ ਦਾ ਸਿਰ ਜਿਹੜਾ ਸੀ ਨਾ, ਉਹ ਸਾਧ ਦਾ ਸਿਰ ਜਿਹੜਾ ਸੀ ਉਹ ਮੁੰਨਿਆ ਹੋਇਆ ਸੀ, ਨੰਗਾ ਸੀ। ਅੱਗੇ ਲੱਗੇ ਸਨ ਗੁਰੂ ਜੀ ਧੌਂਸੇ ਵਾਂਗ ਉਹਦੇ ਸਿਰ ਉੱਤੇ ਹੱਥ ਮਾਰਦੇ ਜਾਂਦੇ ਸਨ ਤੇ ਹੱਸਦੇ ਜਾਂਦੇ ਸਨ। ਉਹਦਾ ਸਿਰ ਟਣਕਾਉਂਦੇ ਜਾਂਦੇ ਨੇ, ਗੰਜਾ ਸੀ ਸਿਰ ਉਹਦਾ। ਸੁੱਖੂ ਜਿਹੜਾ ਸੀ ਫਿਰ ਹੇਠੋਂ ਆਪੇ ਧੌਂ ਤਾਂ ਉੱਚੀ ਸੁਰ ਨਾਲ ਬੋਲਦਾ ਗਿਆ। ਇਸ ਭਾਂਤ ਜਦ ਬਾਜਕ ਤੋਂ 5 ਕੋ ਜੱਸੀ ਪਿੰਡ ਦੇ ਨੇੜੇ ਆਏ, ਉਸ ਦਿਨ ਨਮਾਣੀ ਇਕਾਦਸ਼ੀ ਸੀ। ਕਹਿੰਦੇ ਪਲੰਘ ਛੱਡ ਕੇ ਮੁਸ਼ਕੀ ਘੋੜੇ ਤੇ ਸਵਾਰ ਹੋ ਕੇ ਜੱਸੀ ਪਿੰਡ ਦੀ ਢਾਬ ਵਿੱਚ ਦੀ ਘੋੜੇ ਸਮੇਤ ਪਾਰ ਜਾ ਉਤਰਿਓ। ਅਜਿਹੀ ਕੁਦਰਤ ਗੁਰੂ ਜੀ ਨੇ ਵਰਤਾਈ, ਜੋ ਘੋੜੇ ਤੇ ਆਪਣੇ ਕੱਪੜਿਆਂ ਸਮੇਤ ਕਾਲੇ ਰੰਗ ਤੋਂ, ਜਿਹੜੇ ਕਾਲੇ ਰੰਗ ਪਹਿਨੇ ਹੋਏ ਸੀ ਉਹਨਾਂ ਨੇ, ਘੋੜੇ ਜਿਹੜੇ ਚੜੇ ਸੀ ਜਿਨ੍ਹਾਂ ਤੇ ਉਹ ਕਾਲੇ ਪਹਿਰਾਵੇ ਸਨ ਉਹਨਾਂ ਦੇ, ਮਹਾਰਾਜ ਨੇ ਐਸੀ ਕੁਦਰਤ ਵਰਤਾਈ। ਕਹਿੰਦੇ ਉਹ ਕਾਲਿਆਂ ਤੋਂ ਚਿੱਟੇ ਹੋ ਗਏ। ਲੋਕਾਂ ਨੇ ਇਹ ਚਰਜ ਦੇਖ ਕੇ ਜਦ ਰੰਗ ਬਦਲੇ ਜਾਣ ਦਾ ਕਾਰਨ ਪੁੱਛਿਆ ਤਾਂ ਸਾਹਿਬਾਂ ਨੇ ਬਚਨ ਕੀਤਾ, ਭਾਈ ਸਿੱਖੋ, ਇਹ ਸਵੇਤਸਰ ਤੀਰਥ ਬੜਾ ਪ੍ਰਤਾਪੀ ਤੀਰਥ ਹੈ। ਲਬੂ ਕੁਸ਼ੂ ਦੇ ਜੰਗ ਸਮੇਂ ਜੋ ਆਪਣੀ ਕੁਲ ਘਾਤ ਦੇ ਪਾਪ ਕੇ, ਜਿਹੜੀ ਲਘੂ ਕੁਲ ਭਾਵ ਲਬੂ ਕੁਸ਼ੂ ਦੇ ਵਿੱਚ ਵੀ ਜੰਗ ਹੋਇਆ ਜੀ, ਜੋ ਆਪਣੀ ਕੁਲ ਘਾਤ ਦੇ ਪਾਪ ਦੇ ਨਾਲ ਕਾਲੇ ਹੋ ਗਏ ਸਨ, ਉਹਨਾਂ ਦਾ ਰੰਗ ਹੋਰ ਕਿਤੇ ਨਾ ਬਦਲਿਆ, ਤਾਂ ਉਹ ਅਯੁੱਧਿਆ ਨੂੰ ਜਾਂਦੇ ਹੋਏ ਇੱਥੇ ਆ ਕੇ ਨਹਾਤੇ ਤਾਂ ਗੋਰੇ ਹੋ ਗਏ, ਚਿੱਟੇ ਹੋ ਗਏ, ਕਲੰਕ ਕੱਟਿਆ ਗਿਆ। ਭਾਵ ਇਹ ਤੀਰਥ ਸਤਜੁਗ ਦੇ ਵੇਲੇ ਦਾ ਹੈ, ਪਰ ਉਦੋਂ ਪ੍ਰਗਟ ਹੋ ਕੇ ਫੇਰ ਕਾਲ ਚਾਲ ਨੇ ਜਦ ਸਭ ਦੁਨੀਆ ਉਜਾੜ ਕਰ ਦਿੱਤੀ ਤਾਂ ਇਹਦਾ ਗਿਆਤਾ ਕੋਈ ਨਾ ਰਹਿਣ ਕਰਕੇ ਤੀਰਥ ਇਹ ਲੋਪ ਹੋ ਗਿਆ। ਸੋ ਹੁਣ ਸਾਡੇ ਸਬਬ ਫੇਰ ਪ੍ਰਗਟ ਹੋਇਆ। ਜੋ ਕੋਈ ਇੱਥੇ ਇਸ ਦਿਨ ਸੁੱਧ ਮਨ ਕਰਕੇ ਇਸ਼ਨਾਨ ਕਰਕੇ ਗੁੜ ਖਾਏ ਵਰਤਾਏਗਾ, ਉਹਦੇ ਕੁਲ ਘਾਤ ਜਿਹੜੇ ਨੇ, ਮਹਾਪਾਪ ਜਿਹੜੇ ਨੇ, ਸਭ ਨਸ਼ਟ ਹੋ ਜਾਣਗੇ। ਤੇ ਕਾਲੇ ਰੰਗ ਤੋਂ ਬੱਗਾ ਕਰਕੇ ਹੁਣ ਇਸ ਦਾ ਨਾਮ ਬਗਸਰ ਹੋਇਆ। ਇਹ ਬਚਨ ਸੁਣ ਕਰਕੇ ਸਾਧ ਸੰਗਤ ਜੀ, ਉੱਥੇ ਸ਼ਾਹੂਕਾਰਾਂ ਨੇ ਗੁੜ ਦਾ ਗੱਡਾ ਭਰਿਆ ਹੋਇਆ ਲਿਆਉਣਾ ਕੀਤਾ, ਗੁਰੂ ਜੀ ਦੇ ਅੱਗੇ ਅਰਪਣ ਕਰ ਦਿੱਤਾ। ਸਤਿਗੁਰਾਂ ਜੀ ਦੇ ਹੁਕਮ ਅਨੁਸਾਰ ਉਸ ਦਿਨ ਸਭ ਆਦਮੀ ਤੇ ਘੋੜਿਆਂ ਨੂੰ ਗੁੜ ਹੀ ਛਕਾਇਆ ਗਿਆ, ਹੋਰ ਕੁਝ ਨਾ ਦਿੱਤਾ ਗਿਆ। ਸਗੋਂ ਖੁਸ਼ੀ ਨਾਲ ਗੁਰੂ ਜੀ ਇਹ ਬੋਲਦੇ ਰਹੇ, ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਦੂਜੇ ਦਿਨ ਸਾਰੇ ਪਿੰਡ ਨੇ ਹੁਮ ਹਮਾ ਕੇ ਦੁੱਧ ਦੇ ਕੜਾਹੇ ਭਰ ਕੇ ਸਿੱਖਾਂ 'ਚ ਸਭ ਸੰਗਤਾਂ ਦੇ ਵਿੱਚ ਉਹ ਦੁੱਧ ਜਿਹੜਾ ਸੀ ਕਾੜ ਕਾੜ ਕੇ ਵਰਤਾਉਣਾ ਕੀਤਾ, ਪਿਲਾਉਣਾ ਕੀਤਾ, ਘਾੜ ਦੇ ਪ੍ਰਸ਼ਾਦੇ ਛਕਾਉਂਦੇ ਰਹੇ। ਇਹ ਜਿਹੜੀ ਵਿਚਾਰ ਹੈ ਜੋ ਭਾਈ ਰਾਮ ਕੌਰ ਵਾਲੀ ਸਖੀ ਜਿਹੜੀ ਆ ਉਹਦੇ ਵਿੱਚ ਉਹਨਾਂ ਨੇ ਦਰਜ ਕੀਤੀ ਆ। ਜੱਸੀ ਤੋਂ ਸਵਾਰ ਹੋਣ ਸਮੇਂ ਸੁੱਖੂ ਜਿਹੜਾ ਸੁੱਖੂ ਦੀਵਾਨਾ ਸੀ, ਪ੍ਰੇਮ ਨਾਲ ਭੱਜ ਭੱਜ ਕੇ ਜਿਉਂ ਪ੍ਰਕਰਮਾ ਕਰਨ ਲੱਗਾ, ਬੇਹੋਸ਼ ਹੋ ਕੇ ਡਿੱਗ ਗਿਆ। ਖੁਸ਼ੀ ਸੀ, ਪ੍ਰਕਰਮਾ ਕਰ ਰਿਹਾ ਭੱਜ ਭੱਜ ਕੇ, ਬੇਹੋਸ਼ ਹੋ ਕੇ ਡਿੱਗ ਗਿਆ। ਗੁਰੂ ਜੀ ਨੇ ਇਸ਼ਨਾਨ ਕਰਾਇਆ। ਜਦ ਕਹਿੰਦੇ ਉਹਨੂੰ ਸੁਰਤ ਆਈ ਤਾਂ 1 ਰੁਪਈਆ ਚੁਕੰਠਾ ਗੁਰੂ ਜੀ ਨੇ ਉਹਨੂੰ ਦੇ ਕੇ ਆਖਿਆ ਕਿ ਇਹਨੂੰ ਪੂਜਦੇ ਰਹਿਣਾ, ਜੋ ਲੋੜ ਹੋਵੇ ਇਸ ਅੱਗੇ ਅਰਦਾਸ ਕਰਨੀ, ਜੋ ਵੀ ਤੁਸੀਂ ਬੇਨਤੀ ਕਰੋਗੇ ਪੂਰੀ ਹੋ ਜਾਣੀ ਹੈ। ਪਰ ਜੇਕਰ ਚੋਰੀ ਜਾਰੀ ਛੱਡੋਗੇ ਤਾਂ। ਜੱਸੀ ਤੋਂ ਤੁਰ ਕੇ ਗੁਰੂ ਜੀ 2 ਕੋ ਪੱਕੇ ਪਿੰਡ 'ਚ ਜਾ ਠਹਿਰੇ। ਉਥੋਂ ਦਾ ਰਾਜਾ ਉਦੋਂ ਡੱਲਾ ਤਲਵੰਡੀ ਵਾਲਾ ਸੀ। ਉਹਦੇ ਹੁਕਮ ਨਾਲ ਲੋਕਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਕਹਿੰਦੇ ਇੱਥੇ ਜਿਹੜੇ ਕਿਲੇ ਗੁਰੂ ਕੇ ਘੋੜੇ ਅਗਾੜੀ ਪਛਾੜੀ ਗੱਡੇ ਸਨ ਨਾ, ਮਹਾਰਾਜ ਨੇ ਕੀਲੇ ਗੱਡੇ ਸਨ ਘੋੜਿਆਂ ਨੂੰ ਬੰਨਣ ਦੇ ਲਈ, ਉਹ ਹੁਣ ਉਸੇ ਤਰ੍ਹਾਂ ਬੜੇ ਬੜੇ ਮੋਟੇ ਜੰਡ ਤੇ ਬਿਰਸ਼ ਖੜੇ ਹੋਏ ਨੇ।
3 ਦਿਨ ਪੱਕੇ ਪਿੰਡ ਗੁਰੂ ਜੀ ਰਹਿ ਕੇ ਜਦ ਸਾਬੋ ਕੀ ਤਲਵੰਡੀ ਵੱਲ ਤੁਰੇ ਤਾਂ ਸਰਦਾਰ ਡੱਲਾ ਜਿਹੜਾ ਸੀ 400 ਆਦਮੀ ਸਮੇਤ ਬੜੀ ਸ਼ਰਧਾ ਦੇ ਨਾਲ 5 ਕੋ ਅੱਗੇ ਆ ਕੇ ਗੁਰੂ ਜੀ ਨੂੰ ਮਿਲਿਆ। ਇੱਕ ਘੋੜਾ 100 ਰੁਪਇਆ ਨਗਦ ਦੇ ਕੇ ਮਹਾਰਾਜ ਨੂੰ ਨਾਲ ਲੈ ਗਿਆ। ਪਰ ਗੁਰੂ ਜੀ ਭਾਈ ਉਹਦੇ ਘਰ ਨਾ ਉਤਰੇ, ਘਰ ਨਾ ਗਏ। ਉਹਦੇ ਤਲਵੰਡੀ ਕੋਲ ਬਾਹਰ ਜਿੱਥੇ ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਸੇ ਦਿਨ ਆਉਣਾ ਕੀਤਾ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ 9 ਦਿਨ ਰਹੇ ਸਨ ਉਸ ਸਥਾਨ ਤੇ ਦਸ਼ਮੇਸ਼ ਪਿਤਾ ਵੀ ਉਸੇ ਸਥਾਨ ਤੇ ਜਾ ਕੇ ਉਤਰੇ, ਤੰਬੂ ਲੱਗ ਗਏ। ਇੱਕ ਬਰਮੀ ਨੂੰ ਸਫਾ ਕਰਾ ਕੇ ਗੁਰੂ ਜੀ ਨੇ ਉਸੇ ਚੌਤਰੇ ਉੱਤੇ ਕਮਰ ਕਸਾ ਖੋਲ ਕੇ ਬਚਨ ਕੀਤਾ ਕਿ ਇਹ ਆਨੰਦਪੁਰ ਵਾਲਾ ਦਮਦਮਾ ਹੈ। ਡੱਲੇ ਨੇ ਸਰਬ ਪ੍ਰਕਾਰ ਸੇਵਾ ਕੀਤੀ। 5 ਦਿਨ ਤਾਈਂ ਲੰਗਰ ਡੱਲੇ ਦੇ ਘਰੋਂ ਚੱਲਦਾ ਰਿਹਾ। ਫਿਰ ਗੁਰੂ ਜੀ ਨੇ ਬਾਹਰ ਲੰਗਰ ਜਿਹੜਾ ਸੀ ਉਹ ਪ੍ਰਬੰਧ ਕਰਵਾ ਲਿਆ। ਰਸਤ ਲੰਗਰ ਦੀ ਦਾਣਾ ਘਾਹ ਘੋੜਿਆਂ ਨੂੰ ਸਭ ਡੱਲੇ ਦੇ ਘਰੋਂ ਆਉਂਦਾ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਜਾਂ ਵਾਲੇ ਦਸ਼ਮੇਸ਼ ਪਿਤਾ ਜੋ ਵੀ ਉਹਨਾਂ ਨੇ ਬਚਨ ਕੀਤਾ ਡੱਲੇ ਨੇ ਮੰਨਣਾ ਕੀਤਾ। ਸਭ ਰਸਦ ਬਾਣੀ ਉਹਦੇ ਕਿਲਿਓਂ ਉਹਦੇ ਘਰੋਂ ਆਉਂਦਾ ਰਿਹਾ। 10 ਦਿਨ ਪਿੱਛੋਂ ਗੁਰੂ ਜੀ ਨੇ ਡੱਲੇ ਦੀ ਸਲਾਹ ਨਾਲ ਜਿਹੜੇ ਬੈਰਾੜ ਰਜੀਨਾ ਲੈਂਦੇ ਸਨ ਨਾ, ਉਹਨਾਂ ਨੂੰ ਤਲਬਾਂ ਦੇ ਕੇ ਹਿਸਾਬ ਚੁਕਾ ਦਿੱਤਾ। ਅਗਲੇ ਦਿਨ ਡੱਲੇ ਨੇ ਗੁਰੂ ਜੀ ਸਮੇਤ ਸਾਰੇ ਦਲ ਨੂੰ ਆਪਣੇ ਘਰ ਪ੍ਰਸਾਦ ਛਕਵਾ ਕੇ ਯੋਗ ਵਿਦਾਈ ਦਿੱਤੀ। ਉਹ ਜਿਹੜੇ ਤਨਖਾਹਾਂ ਵਾਲੇ ਸਨ ਨਾ ਬੈਰਾੜ, ਤਨਖਾਹਾਂ ਕਰਕੇ ਨਾਲ ਮਹਾਰਾਜ ਦੇ ਜਾ ਰਹੇ ਸਨ ਕੁਝ, ਫਿਰ ਉਹਨਾਂ ਦਾ ਹਿਸਾਬ ਕਿਤਾਬ ਕਰ ਦਿੱਤਾ ਡੱਲੇ ਨੇ। ਉਹਨਾਂ ਦੀਆਂ ਤਲਬਾਂ ਦਿੱਤੀਆਂ, ਪ੍ਰਸ਼ਾਦਾ ਪਾਣੀ ਛਕਾ ਕੇ ਉਹਨਾਂ ਨੂੰ ਵਿਦਾਈ ਦੇ ਦਿੱਤੀ। ਗੁਰੂ ਜੀ ਨੂੰ ਵੀ 100 ਦਮੜਾ ਇੱਕ ਘੋੜਾ ਦੁਸ਼ਾਲਾ ਅਰਪਣ ਕੀਤਾ। ਉਸ ਦਿਨ ਤੋਂ ਰਜੀਨੇ ਵਾਲੇ ਬੈਰਾੜ ਤਾਂ ਚਲੇ ਗਏ। ਬਾਕੀ ਜਿਹੜੇ ਸ਼ਰਧਾਲੂ ਸਿੱਖ ਸਨ ਉਹ ਮਹਾਰਾਜ ਦੇ ਨਾਲ ਰਹੇ। ਭਾਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਉਹਨਾਂ ਨੇ ਜਾਣਾ ਕੀਤਾ, ਪ੍ਰੇਮੀਓ ਸਿੱਖ ਸੰਗਤਾਂ ਨੇ, ਸ਼ਰਧਾ ਵਾਲਿਆਂ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਭਾਵਨਾ ਕੀਤੀ, ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਤੇ ਨਾਲ ਨਾਲ ਜਿਹੜੇ ਕੱਚੇ ਪੱਲੇ ਸੀ ਝੜਦੇ ਗਏ। ਮਹਾਰਾਜ ਵੱਧ ਰਹੇ ਨੇ ਆਪਣੇ ਮੇਨ ਉਦੇਸ਼ ਵੱਲ ਨੂੰ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਜਿੱਥੇ ਕਰਾਉਣੀ ਸੀਗੀ, ਬਾਣੀ ਲਿਖਵਾਉਣੀ ਸੀ ਜਿੱਥੇ, ਸਾਰੀ ਸੰਪੂਰਨਤਾਈ ਜੋ ਕਾਰਜ ਪੂਰਾ ਕਰਨਾ ਸੀ, ਮਹਾਰਾਜ ਉਸ ਜਗ੍ਹਾ ਵੱਲ ਨੂੰ ਵੱਧ ਰਹੇ ਨੇ। ਤੇ ਗੁਰਮੁਖੋ ਇਸ ਤੋਂ ਬਾਅਦ ਫਿਰ ਜੋ ਡੱਲੇ ਦੁਆਰਾ ਜੋ ਮਹਾਰਾਜ ਨੇ ਬੰਦੂਕ ਪਰਖਣੀ ਸੀ ਲਿਆਂਦੀ ਗਈ, ਉਹਦੇ ਜਿਹੜੇ ਸਿੱਖ ਸੀ ਡੱਲੇ ਦੇ ਯੋਧਿਆਂ ਦੀ ਪਰਖ ਹੋਣੀ, ਫਿਰ ਸਤਿਗੁਰਾਂ ਦੇ ਯੋਧਿਆਂ ਦੀ ਪਰਖ ਹੋਣੀ। ਇਹ ਵਿਚਾਰਾਂ ਆਪਾਂ ਅੱਗੇ ਵਿਚਾਰਾਂਗੇ। ਸੋ ਇੱਥੇ ਸਮਾਪਤੀ ਹੈ। ਰੋਜ਼ ਭਾਈ ਸਮੇਂ ਸਿਰ ਪਹੁੰਚਿਆ ਕਰੋ, ਗੁਰੂ ਦੇ ਬਚਨਾਂ ਨੂੰ ਪੱਲੇ ਬੰਨੀਏ। ਉਪਦੇਸ਼ ਕੀ ਹੈ ਮਹਾਰਾਜ ਦਾ, ਜੀਵਨ ਕੀ ਹੈ, ਕਿੱਥੇ ਕਿਵੇਂ ਗਏ, ਕੀ ਹੋਇਆ, ਕੀ ਕੁਛ ਵਾਪਰਿਆ, ਇਹ ਸਾਨੂੰ ਚੇਤੇ ਹੋਵੇ। ਮਹਾਰਾਜ ਦੇ ਜੀਵਨ ਦਾ ਬਿਰਤਾਂਤ ਜਿਹੜਾ, ਦ੍ਰਿਸ਼ਟਾਂਤ ਜਿਹੜਾ ਕੀ ਹੈ, ਕਿੱਥੇ ਕਿੱਥੇ ਕੀ ਕੀ ਹੋਇਆ, ਇਹ ਖਿਆਲ ਹੋਵੇ। ਬਾਹਰਲੇ ਮੁਲਕਾਂ 'ਚ ਕੀ ਹੋ ਰਿਹਾ ਉਹ ਸਭ ਪਤਾ, ਆਪਣੇ ਘਰ 'ਚ ਕੀ ਹੋਇਆ ਇਹ ਬਹੁਤ ਘੱਟ ਪਤਾ ਜੀ। ਇਸ ਕਰਕੇ ਗੁਰੂ ਤੇ ਸ਼ਰਧਾ ਰੱਖੀਏ, ਟੇਕ ਰੱਖੀਏ। ਜੇ ਜੀਵਨ ਧਨ ਬਣਾਉਣਾ ਹੈ, ਜੀਵਨ ਸਫਲਾ ਬਣਾਉਣਾ ਹੈ, ਲੇਖੇ ਚਲਾਉਣਾ ਹੈ, ਤਾਂ ਗੁਰੂ ਦੇ ਕਹੇ ਅਨੁਸਾਰ ਜ਼ਿੰਦਗੀ ਜਿਉਈਏ। ਜਿਹੜਾ ਇਤਨਾ ਕੁਛ ਕਰ ਗਿਆ ਸੀ ਤੱਕ ਨਹੀਂ ਕੀਤੀ, ਉਹ ਸਤਿਗੁਰਾਂ ਦੇ ਜੀਵਨ ਤੋਂ ਬੜਾ ਕੁਛ ਸਿੱਖਣ ਨੂੰ ਮਿਲ ਰਿਹਾ। ਜਜ਼ਬੇ ਨਾਲ, ਜੋਸ਼ ਨਾਲ ਆਪਣੇ ਹੱਕਾਂ ਪ੍ਰਤੀ ਜਾਗਦੇ ਹੋਏ ਜ਼ਿੰਦਗੀ ਜਿਉਣੀ ਹੈ। ਮਰੀਆਂ ਜ਼ਮੀਰਾਂ ਦਾ ਕੀ ਹੈ, ਮਰੇ ਮੁਕੇ ਦਾ ਕੀ ਆ। ਇਸ ਕਰਕੇ ਗੁਰਮੁਖੋ ਆਪਣੇ ਧਰਮ ਦੇ ਵਿੱਚ ਪਰਪੱਕ ਰਹੀਏ, ਸੱਚ ਤੇ ਜੀਵਨ ਜਿਉਈਏ, ਸੱਚ ਤੇ ਧਾਰਨੀ ਬਣੀਏ। 4 ਛਿਲੜਾਂ ਪਿੱਛੇ ਜ਼ਮੀਰ ਨਾ ਵੇਚੀਏ ਆਪਣਾ। ਇੱਕ ਦਿਨ ਉਹ ਸੱਚੇ ਦੀ ਦਰਗਾਹ ਵਿੱਚ ਪੇਸ਼ ਹੋਣਾ, ਖੁਸ਼ੀਆਂ ਦੇ ਨਾਲ ਜਾਈਏ। ਭਾਵ ਵਿੱਚ ਦੁਨੀਆ ਸੇਵ ਕਮਾਈਏ
ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹ ਲੁੜਾਈਐ। ਇੱਥੇ ਰਹਿ ਕੇ ਜੇ ਸੇਵਾ ਕਮਾਵਾਂਗੇ ਨਾ, ਗੁਰੂ ਦੇ ਵਚਨ ਮੰਨਾਂਗੇ, ਤਾਂ ਦਰਗਾਹ ਵਿੱਚ ਥਾਂ ਮਿਲਣੀ ਆ। ਕਿਉਂਕਿ ਗੁਰੂ ਨੇ, ਪੀਰ ਨੇ, ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਨੇ ਹਾਮਾ ਹੀ ਤਾਂ ਭਰਨੀਆਂ ਜੇ ਅਸੀਂ ਗਲਤ ਰਸਤੇ ਨਹੀਂ ਪਕੜਾਂਗੇ। ਜੀਵਨ ਰਾਹ ਸਾਡਾ ਸਹੀ ਆ। ਜੀਵਨ ਰਾਹ ਸਹੀ ਤਾਂ ਹੋਣਾ ਜੇ ਗੁਰੂ ਦੇ ਬਚਨਾਂ ਅਨੁਸਾਰ ਜੀਵਨ ਜਿਉਵਾਂਗੇ। ਜੋ ਗੁਰੂ ਦਾ ਸਿਧਾਂਤ ਹੈ, ਜੋ ਬਾਣੀ ਦਾ ਸਿਧਾਂਤ ਹੈ, ਜੋ ਹਰ ਰੋਜ਼ ਆਪਾਂ ਪੜ੍ਹਦੇ ਹਾਂ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੁਕਮ ਹੈ, ਬੇਨਤੀ ਇਹ ਨਹੀਂ। ਹੁਕਮ ਹੈ ਮਹਾਰਾਜ ਦਾ, ਗ੍ਰੰਥ ਨੂੰ, ਸ਼ਬਦ ਨੂੰ ਗੁਰੂ ਮੰਨਣਾ। ਜਿਹੜਾ ਮਾਰਗ ਗੁਰੂ ਨਾਨਕ ਸਾਹਿਬ ਨੇ ਚਲਾਉਣਾ ਕੀਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਤੋਂ ਗੱਲ ਸ਼ੁਰੂ ਕੀਤੀ ਗੁਰੂ ਨਾਨਕ ਸਾਹਿਬ ਨੇ, ਤੇ ਅਖੀਰ ਦਸ਼ਮੇਸ਼ ਪਿਤਾ ਨੇ ਸ਼ਬਦ ਤੇ ਹੀ ਗੱਲ ਮੁਕਾ ਦਿੱਤੀ ਆ। ਉੱਥੇ ਕਿ ਗੁਰੂ ਨਾਨਕ ਨੇ ਕਿਹਾ ਸ਼ਬਦ ਨੂੰ ਗੁਰੂ ਮੰਨਣਾ, ਤੇ ਅੰਤ ਵੇਲੇ ਜਾਂਦੇ ਹੋਏ ਸਤਿਗੁਰਾਂ ਦਾ ਬਚਨ ਹੈ ਦਸ਼ਮੇਸ਼ ਪਿਤਾ ਦੱਸ ਕੇ ਸਭ ਨੂੰ ਹੁਕਮ ਹੈ, ਅੱਜ ਤੋਂ ਬਾਅਦ ਕਿਸੇ ਦੇ ਧਾਰੀ ਨੂੰ, ਸਰੀਰ ਨੂੰ ਗੁਰੂ ਨਹੀਂ ਮੰਨਣਾ। ਇੱਕ ਸ਼ਬਦ ਨੂੰ ਗੁਰੂ ਮੰਨਣਾ, ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਹ ਸਿਧਾਂਤ ਮਹਾਰਾਜ ਦੇ ਕੇ ਗਏ ਆ। ਸੋ ਪ੍ਰੇਮੀਓ, ਗੁਰੂ ਦੇ ਬਚਨਾਂ ਨੂੰ ਪੱਲੇ ਬੰਨੀਏ। ਉਹਨੇ ਹਾਮੀ ਤਾਂ ਭਰਨੀਆਂ ਜੇ ਸਾਡਾ ਜੀਵਨ ਰਾਹ ਸਹੀ ਆ, ਜੇ ਅਸੀਂ ਗੁਰੂ ਦੇ ਮਾਰਗ ਤੇ ਚੱਲਨੇ ਆ ਤਾਂ। ਜੇ ਸਾਡੇ 'ਚ ਕਮੀਆਂ ਨੇ ਫਿਰ ਉਹ ਕਿਆ ਹਾਮੀ ਭਰੇਗਾ? ਜੇ ਅਸੀਂ ਉਹਦੀ ਨਹੀਂ ਮੰਨੀ, ਉਹ ਸਾਡੀ ਕਿਉਂ ਮੰਨੇਗਾ? ਇਸ ਕਰਕੇ ਗੁਰੂ ਦੇ ਬਚਨ ਪੱਲੇ ਬੰਨੀਏ। ਆਓ ਜੀ, ਰਹਿੰਦੀਆਂ ਵਿਚਾਰਾਂ ਆਪਾਂ ਅੱਗੇ ਵਿਚਾਰਾਂਗੇ ਕਿਵੇਂ ਫਿਰ ਬੰਦੂਕ ਤੇ ਡੱਲੇ ਦੇ ਯੋਧਿਆਂ ਦੀ ਪ੍ਰੀਖਿਆ ਹੋਈ। ਫਿਰ ਮਹਾਰਾਜ ਦੇ ਯੋਧੇ ਸਿੱਖ ਆਏ, ਧੀਰ ਸਿੰਘ, ਵੀਰ ਸਿੰਘ, ਆਉਣਾ ਕੀਤਾ ਉਹਨਾਂ ਨੇ। ਮਹਾਰਾਜ ਫਿਰ ਅੱਗੇ ਹੋਰ ਵਧੇ, ਬਠਿੰਡੇ ਦੇ ਉਹਦਾ ਉਧਾਰ ਕੀਤਾ। ਫਿਰ ਦਮਦਮਾ ਸਾਹਿਬ ਪੁੱਜੇ, ਜਿੱਥੇ ਗੁਰੂ ਸਾਹਿਬ ਜੀ ਨੇ ਸਾਰੀ ਬਾਣੀ ਜ਼ਬਾਨੀ ਲਿਖਾਉਣਾ ਕੀਤੀ। ਜਿਹੜਾ ਮੇਨ ਕਾਰਜ ਸੀ ਸਾਨੂੰ ਦੇਣਾ ਸੀ ਪ੍ਰੋਪਰ ਪੂਰਾ ਕਰਕੇ, ਉਹ ਕਾਰਜ ਵੱਲ ਨੂੰ ਮਹਾਰਾਜ ਵੱਧ ਰਹੇ ਨੇ। ਆਓ ਜੀ, ਇਹ ਵਿਚਾਰਾਂ ਆਪਾਂ ਉਹਦੀ ਕਿਰਪਾ ਦੇ ਨਾਲ ਅੱਗੇ ਵਿਚਾਰਾਂਗੇ। ਜੋ ਵੀ ਵੀਰ ਭਰਾ ਸਮੇਂ ਸਿਰ ਪਹੁੰਚ ਕਰਕੇ ਮਹਾਰਾਜ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਨੇ ਹੋ, ਸਭ ਧੰਨਤਾ ਦੇ ਯੋਗ ਹੋ ਜੀ, ਵੱਡਿਆਂ ਕਰਮਾਂ ਵਾਲੇ ਹੋ। ਇਸੇ ਤਰ੍ਹਾਂ ਗੁਰਮੁਖੋ ਸਮੇਂ ਸਿਰ ਪਹੁੰਚਿਆ ਕਰੋ। ਗੁਰੂ ਦਾ ਇਤਿਹਾਸ ਸਰਵਣ ਕਰੀਏ। ਇਹ ਮਹਾਰਾਜ ਦਾ ਇਤਿਹਾਸ ਜਿਹੜਾ ਜੀ, ਇਹ ਅਮਰ ਹੈ, ਰਹਿੰਦੀ ਦੁਨੀਆ ਤੱਕ ਇਹਨੇ ਅਮਰ ਰਹਿਣਾ। ਇਹ ਨਹੀਂ ਕਿ ਇਤਿਹਾਸ ਬਦਲਦਾ ਜਾਊਗਾ, ਜਿਵੇਂ ਬਦਲ ਰਹੀਆਂ ਨੇ ਕਿਤਾਬਾਂ, ਨਵੀਆਂ ਆ ਗਈਆਂ, ਪੁਰਾਣੀਆਂ ਖਤਮ ਨੇ। ਪਰ ਇਹ ਇਤਿਹਾਸ ਉਹ ਹੈ ਜਿਹੜਾ ਰਹਿੰਦੀ ਦੁਨੀਆ ਤੱਕ ਅਮਰ ਹੈ। ਅਮਰ ਇਤਿਹਾਸ, ਅਮਰ ਕਥਾ ਹੈ ਮਹਾਰਾਜ ਦੀ। ਆਓ ਜੀ, ਰਲ ਮਿਲ ਕਰਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ।